ਵਾਹਿਗੁਰੂ ਵਾਹਿਗੁਰੂ। सतगुर नानक परगटया मिट धुंध जग चानन होआ ज्यों कर सूरज निकलया तारे छपे अंधेर पलोआ तारे छपे अंधेर पलोआ सतगुर नानक परगटया। ਮੱਕਾ ਮਦੀਨਾ। ਇੱਕ ਦਿਨ ਭਾਈ ਮਰਦਾਨੇ ਨੇ ਗੁਰੂ ਜੀ ਨੂੰ ਬੇਨਤੀ ਕੀਤੀ, ਤੁਸੀਂ ਮੈਨੂੰ ਨੰਗੇ ਭੁੱਖੇ ਨੂੰ ਜੰਗਲਾਂ ਵਿੱਚ ਪਹਾੜਾਂ 'ਤੇ ਲਈ ਫਿਰਦੇ ਹੋ। ਮੁਸਲਮਾਨਾਂ ਦੇ ਧਰਮ ਵਿੱਚ ਮੱਕੇ ਦੇ ਹੱਜ ਦੀ ਬਹੁਤ ਮਹਾਨਤਾ ਹੈ। ਤੁਸੀਂ ਮੈਨੂੰ ਮੱਕੇ ਦਾ ਹੱਜ ਕਰਵਾ ਦੇਵੋ। ਮਰਦਾਨੇ ਦੀ ਬੇਨਤੀ ਮੰਨ ਕੇ ਗੁਰੂ ਨਾਨਕ ਦੇਵ ਜੀ ਉਸ ਨੂੰ ਲੈ ਕੇ ਮੱਕੇ ਵੱਲ ਚੱਲ ਪਏ। ਰਾਸਤੇ ਵਿੱਚ ਉਹਨਾਂ ਨੂੰ ਕੁਝ ਹੋਰ ਹਾਜੀ ਮਿਲ ਗਏ ਜਿਹੜੇ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗੇ। ਗੁਰੂ ਜੀ ਨੇ ਕਿਹਾ, ਭਾਈ ਮਰਦਾਨਿਆਂ, ਜਦੋਂ ਹੱਜ ਲਈ ਜਾਈਏ ਤਾਂ ਉਸ ਖੁਦਾ ਦੀ ਸਿਫਤ ਦੀ ਗੱਲਬਾਤ ਹੋਣੀ ਚਾਹੀਦੀ ਹੈ। ਹੋਰ ਫਾਲਤੂ ਗੱਲਾਂ ਕਰਦੇ ਜਾਣਾ ਹਾਜੀਆਂ ਲਈ ਸ਼ੋਭਾ ਨਹੀਂ ਦਿੰਦਾ। ਗੁਰੂ ਜੀ ਤੇ ਭਾਈ ਮਰਦਾਨੇ ਨੇ ਉਹਨਾਂ ਹਾਜੀਆਂ ਦਾ ਸਾਥ ਛੱਡ ਦਿੱਤਾ। ਜਦੋਂ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਮੱਕੇ ਦੇ ਨੇੜੇ ਪਹੁੰਚ ਗਏ ਤਾਂ ਉਹਨਾਂ ਨੇ ਹਾਜੀਆਂ ਵਾਲਾ ਨੀਲਾ ਬਾਣਾ ਪਾ ਲਿਆ। ਗੁਰੂ ਨਾਨਕ ਦੇਵ ਜੀ ਨੇ ਬਗਲ ਵਿੱਚ ਆਪਣੀ ਬਾਣੀ ਦੀ ਕਿਤਾਬ ਰੱਖ ਲਈ। ਇਸ ਤਰ੍ਹਾਂ ਦੇ ਪਹਿਰਾਵੇ ਵਿੱਚ ਉਹ ਮੱਕੇ ਦੀ ਮਸੀਤ ਅੰਦਰ ਚਲੇ ਗਏ। ਸਾਰਾ ਦਿਨ ਖੁਦਾ ਦੇ ਗੁਣ ਗਾਉਂਦਿਆਂ ਗੁਜ਼ਾਰ ਦਿੱਤਾ ਅਤੇ ਰਾਤ ਨੂੰ ਸੌਂ ਗਏ। ਸਵੇਰ ਹੋਈ, ਭਾਰਤ ਤੋਂ ਗਿਆ ਹਾਜੀ ਜੀਵਨ ਸੁੱਤੇ ਹੋਏ ਕਾਜ਼ੀਆਂ ਵਿੱਚੋਂ ਦੀ ਲੰਘ ਰਿਹਾ ਸੀ। ਉਸ ਦੀ ਨਿਗਾਹ ਗੁਰੂ ਨਾਨਕ ਦੇਵ ਜੀ ਦੇ ਪੈਰਾਂ ਉੱਪਰ ਪਈ ਜਿਹੜੇ ਕਾਬੇ ਵੱਲ ਸਨ। ਉਸ ਨੂੰ ਇਹ ਦੇਖ ਕੇ ਬਹੁਤ ਗੁੱਸਾ ਆਇਆ। ਉਸਨੇ ਗੁਰੂ ਜੀ ਦੀ ਪਿੱਠ ਵਿੱਚ ਲੱਤ ਮਾਰ ਕੇ ਕਿਹਾ, ਉਹ ਕਾਫਰ, ਤੈਨੂੰ ਨਜ਼ਰ ਨਹੀਂ ਆਉਂਦਾ ਕਿ ਤੂੰ ਖੁਦਾ ਦੇ ਘਰ ਵੱਲ ਪੈਰ ਕੀਤੇ ਹੋਏ ਹਨ। ਗੁਰੂ ਜੀ ਨੇ ਅੱਗੋਂ ਬਹੁਤ ਨਿਮਰਤਾ ਨਾਲ ਉੱਤਰ ਦਿੱਤਾ, ਮੁੱਲਾ ਜੀ, ਮੇਰੇ ਪਾਸੋਂ ਭੁੱਲ ਹੋ ਗਈ ਹੈ। ਮੈਨੂੰ ਨਹੀਂ ਪਤਾ ਕਿ ਸਿਰਫ ਇਸ ਪਾਸੇ ਹੀ ਖੁਦਾ ਦਾ ਘਰ ਹੈ। ਤੁਸੀਂ ਮੇਰੇ ਪੈਰ ਉਸ ਪਾਸੇ ਕਰ ਦੇਵੋ ਜਿਸ ਪਾਸੇ ਖੁਦਾ ਨਹੀਂ ਰਹਿੰਦਾ। ਮੁੱਲਾ ਜੀਵਨ ਦਾ ਗੁੱਸਾ ਇਹ ਸੁਣ ਕੇ ਹੋਰ ਵੀ ਵੱਧ ਗਿਆ। ਉਸਨੇ ਬੜੀ ਬੇਦਰਦੀ ਨਾਲ ਗੁਰੂ ਜੀ ਦੀਆਂ ਲੱਤਾਂ ਫੜੀਆਂ ਅਤੇ ਘਸੀਟ ਕੇ ਦੂਜੇ ਪਾਸੇ ਕਰ ਦਿੱਤੀਆਂ। ਗੁਰੂ ਜੀ ਨੇ ਕਿਹਾ, ਮੁੱਲਾ ਜੀ, ਕੀ ਇਸ ਪਾਸੇ ਖੁਦਾ ਦਾ ਘਰ ਨਹੀਂ? ਮੁੱਲਾ ਜੀਵਨ ਨੇ ਜਦੋਂ ਉਸ ਪਾਸੇ ਤੱਕਿਆ ਤਾਂ ਉਸ ਨੂੰ ਕਾਬਾ ਉਸ ਪਾਸੇ ਵੀ ਨਜ਼ਰ ਆਇਆ। ਮੁੱਲਾ ਜੀਵਨ ਗੁੱਸੇ ਵਿੱਚ ਜਿਸ ਪਾਸੇ ਗੁਰੂ ਜੀ ਦੀਆਂ ਲੱਤਾਂ ਨੂੰ ਕਰੇ ਉਸ ਪਾਸੇ ਉਸ ਨੂੰ ਕਾਬਾ ਨਜ਼ਰ ਆਵੇ। ਉਸਨੇ ਇਹ ਦੇਖ ਕੇ ਰੌਲਾ ਪਾ ਦਿੱਤਾ। ਸਾਰੇ ਹਾਜ਼ੀ ਜਾਗ ਪਏ। ਮੱਕੇ ਦਾ ਵੱਡਾ ਕਾਜ਼ੀ ਰੁਕਨਦੀਨ ਵੀ ਉਸ ਥਾਂ ਆ ਗਿਆ। ਜਦੋਂ ਉਸ ਨੂੰ ਖਬਰ ਪੁੱਜੀ ਕਿ ਹਿੰਦ ਦੇ ਪੀਰ ਨੇ ਖੁਦਾ ਦਾ ਘਰ ਹਰ ਪਾਸੇ ਜ਼ਾਹਰ ਕਰ ਦਿੱਤਾ ਸੀ। और भाई मर्दाना रबाब बजा रहे थे। सेवादार खड़ा हुआ और शहर की ओर भागा। ताजुद्दीन सेवादार के पीछे पीछे गए। सेवादार जामा मस्जिद पहुंचे और दीवार पर चढ़कर जोर जोर से चिल्लाने लगे, ओ लोगो, तुम सभी कहते थे काबा अल्लाह का घर है। बाहर निकलो और देखो, आज अल्लाह बाहर बैठे हैं। सभी आओ और अपनी मुरादें पूरी करो। सभी लोग वहां इकट्ठा हो गए।
शीघ्र ही अमीर मक्का के मुख्य काजी रुकानुद्दीन भी वहां पहुंच गए। उन्हें भी पूरा किस्सा पता चला। यह फर्क नहीं पड़ता कि कोई कितना ही पवित्र इंसान क्यों न हो, अगर उसने काबा को अपने चारों ओर घुमाया है तो उसने हिमाकत की है और मैं उसके खिलाफ फतवा निकालता हूँ। यह सुनते ही लोग मक्का की ओर गुरुजी को मारने के लिए दौड़े। यह सभी कुछ देखकर सेवादार बेचैन हो गया। वह तुरंत रुकूनुद्दीन के पास पहुंचा। ओ महान मुफ्ती, मैं जानता हूँ आपने जो फैसला किया है वह सही होगा, परंतु जो कुछ करना सोच समझ कर करना। आज वहाँ अल्लाह स्वयं मानव रूप में बैठे हैं। सेवादार के शब्द रुकूनुद्दीन की आत्मा पर लगे। क्या जब तुमने परमात्मा को देखा तो क्या वे इंसानी रूप में थे? क्या मैं भी उन्हें अपनी आंखों से देख सकता हूँ? मेरी इतनी क्षमता नहीं है कि मैं उनका विवरण कर सकूं। आप वहाँ बस आदर व प्रेम लेकर जाएं। जो लोग उन्हें मारने के लिए वहाँ जा रहे हैं, आप उन्हें वहाँ मत लेकर जाएं। रुकूनुद्दीन ने जीवन की बात को मान लिया। जीवन में यहाँ का मुखिया हूँ और तुम्हारी बात को मानकर अब मैं सभी को ना ले जाकर सिर्फ 150 लोगों को ही लेकर जाऊंगा। रुकूनुद्दीन 150 लोगों का समूह लेकर काबा की ओर निकल गए। ਕਾਜ਼ੀ ਰੁਕਨਦੀਨ ਅਤੇ ਗੁਰੂ ਜੀ ਇਸ ਤਰ੍ਹਾਂ ਇੱਕ ਦੂਜੇ ਨੂੰ ਮਿਲੇ ਜਿਵੇਂ ਉਹ ਇੱਕ ਦੂਜੇ ਦੇ ਸਦੀਆਂ ਤੋਂ ਵਾਕਿਫ ਹੋਣ। ਕਾਜ਼ੀ ਰੁਕਨਦੀਨ ਨੇ ਗੁਰੂ ਨਾਨਕ ਦੇਵ ਜੀ ਨੂੰ 160 ਦੇ ਕਰੀਬ ਸਵਾਲ ਕੀਤੇ, ਜਿਨ੍ਹਾਂ ਵਿੱਚੋਂ ਕੁਝ ਸਵਾਲ ਇਹ ਸਨ। ਪਹਿਲਾ ਸਵਾਲ, ਖੁਦਾ ਦੇ ਦਰਬਾਰ ਵਿੱਚ ਹਿੰਦੂ ਵੱਡਾ ਹੈ ਜਾਂ ਮੁਸਲਮਾਨ? ਗੁਰੂ ਜੀ ਨੇ ਉੱਤਰ ਦਿੱਤਾ, ਖੁਦਾ ਦੇ ਦਰ ਉੱਪਰ ਨੇਕ ਕਰਮਾਂ ਤੋਂ ਬਿਨਾਂ ਨਾ ਹਿੰਦੂ ਲਈ ਕੋਈ ਥਾਂ ਹੈ ਨਾ ਮੁਸਲਮਾਨ ਲਈ। ਦੂਜਾ ਸਵਾਲ, ਫਕੀਰੀ ਦਾ ਆਦਿ ਕੀ ਹੈ, ਫਕੀਰੀ ਦਾ ਅੰਤ ਕੀ ਹੈ? ਗੁਰੂ ਨਾਨਕ ਦੇਵ ਜੀ ਨੇ ਉੱਤਰ ਦਿੱਤਾ, ਫਕੀਰੀ ਦਾ ਆਦਿ ਹੈ ਸ਼ਬਦ ਨਾਲ ਜੁੜਨਾ, ਪਰਮਾਤਮਾ ਦੇ ਗੁਣ ਗਾਉਣੇ। ਫਕੀਰੀ ਦਾ ਅੰਤ ਹੈ ਸ਼ਬਦ ਵਿੱਚ ਅਭੇਦ ਹੋ ਜਾਣਾ, ਪਰਮਾਤਮਾ ਦੇ ਗੁਣ ਗਾਉਂਦਿਆਂ ਗਾਉਂਦਿਆਂ ਉਸ ਵਿੱਚ ਅਭੇਦ ਹੋ ਜਾਣਾ। ਤੀਜਾ ਸਵਾਲ, ਤੁਸੀਂ ਖੁਦਾ ਦੀ ਬੰਦਗੀ ਸੰਗੀਤ ਨਾਲ ਕਿਉਂ ਕਰਦੇ ਹੋ? ਸਾਡੇ ਇਸਲਾਮ ਦੇ ਵਿੱਚ ਤਾਂ ਸੰਗੀਤ ਮਨ੍ਹਾ ਹੈ। ਗੁਰੂ ਨਾਨਕ ਦੇਵ ਜੀ ਨੇ ਉੱਤਰ ਦਿੱਤਾ ਕਿ ਤੁਸੀਂ ਆਪਣੇ ਪਾਕ ਹਦੀਸ ਨੂੰ ਨਹੀਂ ਪੜ੍ਹਿਆ। ਉਸ ਵਿੱਚ ਹਜ਼ਰਤ ਮੁਹੰਮਦ ਸਾਹਿਬ ਨੇ ਕਿਹਾ ਹੈ ਕਿ ਉਹ ਸੰਗੀਤ ਮਾੜਾ ਨਹੀਂ ਜਿਸ ਵਿੱਚ ਅਸ਼ਲੀਲਤਾ ਅਤੇ ਅਨੈਤਿਕਤਾ ਨਾ ਹੋਵੇ। ਰੁਕਨਦੀਨ ਹੈਰਾਨ ਰਹਿ ਗਿਆ ਕਿ ਗੁਰੂ ਨਾਨਕ ਪਾਕ ਹਦੀਸ ਵਿੱਚੋਂ ਪ੍ਰਮਾਣ ਦੇ ਰਹੇ ਸਨ। ਚੌਥਾ ਸਵਾਲ ਜੋ ਰੁਕਨਦੀਨ ਕਾਜ਼ੀ ਨੇ ਕੀਤਾ, ਜਿੰਨੇ ਵੀ ਲੋਕ ਇੱਥੇ ਮੱਕੇ ਦੀ ਜ਼ਿਆਰਤ ਵਾਸਤੇ ਭਾਵ ਹੱਜ ਕਰਨ ਆਉਂਦੇ ਹਨ, ਉਹ ਸਾਰੇ ਆਪਣੇ ਕੇਸ ਕਤਲ ਕਰਵਾ ਦਿੰਦੇ ਹਨ। ਉਸ ਤੋਂ ਬਾਅਦ ਜਦ ਤੱਕ ਸ਼ੈਤਾਨ ਨੂੰ ਪੱਥਰ ਮਾਰਨ ਦੀ ਹੱਜ ਤੋਂ ਬਾਅਦ ਕੁਰਬਾਨੀ ਦੀ ਰਸਮ ਨਹੀਂ ਹੁੰਦੀ, ਉਹਨਾਂ ਚਿਰ ਕੇਸ ਕਤਲ ਨਹੀਂ ਕਰਵਾਉਂਦੇ। ਤੁਸੀਂ ਕੇਸਾਂ ਸਮੇਤ ਇੱਥੇ ਆਏ ਹੋ, ਤੁਸੀਂ ਕੇਸ ਕਤਲ ਨਹੀਂ ਕੀਤੇ। ਗੁਰੂ ਨਾਨਕ ਦੇਵ ਜੀ ਨੇ ਉੱਤਰ ਦਿੱਤਾ, ਕੀ ਤੁਸੀਂ ਪਵਿੱਤਰ ਕੁਰਾਨ ਸ਼ਰੀਫ ਨੂੰ ਨਹੀਂ ਪੜ੍ਹਿਆ? ਉਹਦੇ ਵਿੱਚ ਸੂਰਾ ਵਕਰ ਦੀ ਆਇਤ 196 ਪੜ੍ਹ। ਉਹਦੇ ਵਿੱਚ ਕੀ ਲਿਖਿਆ? ਹੇ ਮੁਸਲਮਾਨੋ, ਹੱਜ ਕਰੋ, ਉਮਰੇ ਕਰੋ, ਜ਼ਾਰਤ ਰੱਖੋ, ਜਿੰਨੇ ਵੀ ਧਰਮ ਕਰਮ ਕਰਨੇ ਹਨ ਕਰੋ, ਪਰ ਜੇਕਰ ਇਹਨਾਂ ਕਰਮਾਂ ਧਰਮਾਂ ਦੇ ਦੌਰਾਨ ਤੁਸੀਂ ਕੇਸਾਂ ਦੀ ਬੇਅਦਬੀ ਕਰਦੇ ਹੋ ਤਾਂ ਖੁਦਾ ਦੇ ਦਰ 'ਤੇ ਕੁਝ ਵੀ ਪ੍ਰਵਾਨ ਨਹੀਂ। ਗੁਰੂ ਨਾਨਕ ਦੇਵ ਜੀ ਨੇ ਕਿਹਾ, ਹੁਣ ਦੱਸ ਰੁਕਨਦੀਨ, ਹੱਜ ਮੈਂ ਕਰ ਰਿਹਾ ਹਾਂ ਜਾਂ ਤੂੰ? ਕੋਈ ਜਵਾਬ ਰੁਕਨਦੀਨ ਪਾਸ ਨਹੀਂ ਸੀ। ਉਸ ਨੇ ਗੁਰੂ ਨਾਨਕ ਦੇਵ ਜੀ ਅੱਗੇ ਸਿਰ ਝੁਕਾ ਦਿੱਤਾ ਅਤੇ ਉਹਨਾਂ ਦਾ ਸਿੱਖ ਬਣ ਗਿਆ। ਗੁਰੂ ਨਾਨਕ ਸਾਹਿਬ ਜਦੋਂ ਮੱਕੇ ਤੋਂ ਤੁਰਨ ਲੱਗੇ ਤਾਂ ਉਹਨਾਂ ਨੇ ਆਪਣੀ ਖੜਾਓ ਭਾਵ ਪੈਰਾਂ ਦੀ ਜੁੱਤੀ ਕਾਜ਼ੀ ਰੁਕਨਦੀਨ ਨੂੰ ਨਿਸ਼ਾਨੀ ਵਜੋਂ ਦੇ ਦਿੱਤੀ। ਗੁਰੂ ਨਾਨਕ ਦੇਵ ਜੀ ਇਰਾਕ ਨੂੰ ਚਲੇ ਗਏ। ਜਦੋਂ ਮੱਕੇ ਦੇ ਹਾਕਮਾਂ ਨੂੰ ਪਤਾ ਲੱਗਾ ਕਿ ਕਾਜ਼ੀ ਰੁਕਨਦੀਨ ਗੁਰੂ ਨਾਨਕ ਦਾ ਸਿੱਖ ਬਣ ਗਿਆ ਅਤੇ ਉਹਨਾਂ ਦੀਆਂ ਖੜਾਵਾਂ ਆਪਣੇ ਘਰ ਰੱਖ ਕੇ ਉਹਨਾਂ ਦੀ ਪੂਜਾ ਕਰਦਾ ਹੈ,
ਤਾਂ ਸ਼ਹਿਰ ਦੇ ਕਾਜ਼ੀਆਂ ਨੂੰ ਇਕੱਠੇ ਕਰਕੇ ਮੱਕੇ ਦੇ ਹਾਕਮਾਂ ਨੇ ਕਿਹਾ ਕਿ ਕਾਜ਼ੀ ਰੁਕਨਦੀਨ ਦੀਨ ਇਸਲਾਮ ਨੂੰ ਛੱਡ ਕੇ ਕਾਫਰ ਦਾ ਸਿੱਖ ਬਣ ਗਿਆ ਹੈ। ਇਸ ਦੇ ਵਿਰੁੱਧ ਫਤਵਾ ਦੇਣਾ ਚਾਹੀਦਾ ਹੈ। ਕਾਜ਼ੀ ਰੁਕਨਦੀਨ ਪਹਿਲਾ ਮੁਸਲਮਾਨ ਵਿਅਕਤੀ ਸੀ ਜਿਸ ਨੂੰ ਇੱਕ ਦਿਨ ਵਿੱਚ 7 ਫਤਵੇ ਜਾਰੀ ਕੀਤੇ ਗਏ। ਪਹਿਲਾ ਫਤਵਾ, ਇਸ ਨੂੰ ਤੇ ਇਸ ਦੇ ਪੀਰ ਨਾਨਕ ਨੂੰ ਕਾਫਰ ਐਲਾਨਿਆ ਜਾਵੇ। ਦੂਜਾ ਫਤਵਾ, ਇਸ ਦੀ ਜਾਇਦਾਦ ਜ਼ਬਤ ਕੀਤੀ ਜਾਵੇ। ਤੀਜਾ ਫਤਵਾ, ਇਸ ਦਾ ਮੂੰਹ ਕਾਲਾ ਕਰਕੇ ਇਸ ਨੂੰ ਸ਼ਹਿਰ ਵਿੱਚ ਘੁਮਾਇਆ ਜਾਵੇ। ਚੌਥਾ ਫਤਵਾ, ਇਸ ਦੇ ਰੋਜ਼ ਕੋੜੇ ਮਾਰੇ ਜਾਣ। ਪੰਜਵਾਂ ਫਤਵਾ, ਇਸ ਨੂੰ ਰੁੱਖ ਨਾਲ ਪੁੱਠਾ ਟੰਗਿਆ ਜਾਵੇ। ਛੇਵਾਂ ਫਤਵਾ, ਇਸ ਨੂੰ ਜ਼ਮੀਨ ਵਿੱਚ ਗੱਡ ਦਿੱਤਾ ਜਾਵੇ। ਸੱਤਵਾਂ ਫਤਵਾ, ਉਦੋਂ ਤੱਕ ਇਸ ਦੇ ਪੱਥਰ ਮਾਰਦੇ ਰਹੋ ਜਦੋਂ ਤੱਕ ਇਸ ਦੀ ਮੌਤ ਨਾ ਹੋ ਜਾਵੇ। ਕਾਜ਼ੀ ਰੁਕਨਦੀਨ ਨੂੰ ਸ਼ਹੀਦ ਕਰ ਦਿੱਤਾ ਗਿਆ ਕਿਉਂਕਿ ਉਹ ਗੁਰੂ ਨਾਨਕ ਦੇਵ ਜੀ ਦਾ ਸਿੱਖ ਬਣਿਆ ਸੀ। ਜਦੋਂ ਕਾਜ਼ੀ ਰੁਕਨਦੀਨ ਨੂੰ ਸ਼ਹੀਦ ਕੀਤਾ ਜਾਣ ਲੱਗਾ ਤਾਂ ਉਸਨੇ ਕਿਹਾ ਕਿ ਮੇਰੀ ਅੰਤਿਮ ਇੱਛਾ ਨਹੀਂ ਪੁੱਛੀ ਜਾਵੇਗੀ। ਜਦੋਂ ਅੰਤਿਮ ਇੱਛਾ ਪੁੱਛੀ ਗਈ ਤਾਂ ਰੁਕਨਦੀਨ ਨੇ ਕਿਹਾ, ਜਿਹੜੇ ਮੇਰੇ ਨਾਲ ਹੋਰ ਕਾਜ਼ੀ ਆਏ ਸੀ ਉੱਚ ਸ਼ਰੀਫ ਦੇ ਇਲਾਕੇ ਵਿੱਚੋਂ, ਉਹਨਾਂ ਨੂੰ ਮਿਲਣਾ ਚਾਹੁੰਦਾ ਹਾਂ। ਜਦੋਂ ਉਹ ਉੱਚ ਸ਼ਰੀਫ ਦੇ ਕਾਜ਼ੀਆਂ ਨੂੰ ਮਿਲੇ ਤਾਂ ਰੁਕਨਦੀਨ ਨੇ ਕਿਹਾ ਕਿ ਜੇਕਰ ਤੁਸੀਂ ਸੱਚਮੁੱਚ ਹੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਮੰਨਦੇ ਹੋ ਤਾਂ ਕਦੇ ਵੀ ਕੇਸਾਂ ਦੀ ਬੇਅਦਬੀ ਨਾ ਕਰਾਇਓ। ਇਸ ਤਰ੍ਹਾਂ ਕਾਜ਼ੀ ਰੁਕਨਦੀਨ ਗੁਰੂ ਨਾਨਕ ਦੇਵ ਜੀ ਦਾ ਸਿੱਖ ਸ਼ਹੀਦ ਹੋ ਨਿਬੜਿਆ। ਧੰਨਵਾਦ।